ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਵੋਕੇਸ਼ਨਲ ਟ੍ਰੇਨਰ ਟ੍ਰੇਡ ਅਪੈਰਲ ਅਤੇ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਸਿਲਾਈ ਮਸ਼ੀਨ ਨਾਲ ਸੰਬੰਧਿਤ ਹੈ। ਅੱਜ ਅਸੀਂ ਸਿੱਖਾਂਗੇ ਕਿ ਸਿਲਾਈ ਮਸ਼ੀਨ ਨੂੰ ਤੇਲ ਦੇਣਾ ਕਿਉਂ ਜ਼ਰੂਰੀ ਹੈ, ਸਿਲਾਈ ਮਸ਼ੀਨ ਨੂੰ ਸਮੇਂ-ਸਮੇਂ 'ਤੇ ਸਾਫ਼ ਰੱਖਣਾ ਕਿਉਂ ਜ਼ਰੂਰੀ ਹੈ, ਇਸ ਦੀ ਵਰਤੋਂ ਕਰਨ ਤੋਂ ਬਾਅਦ ਇਸ ਦੀ ਸਾਂਭ ਸੰਭਾਲ ਕਿਉਂ ਜ਼ਰੂਰੀ ਹੈ ਅਤੇ ਸਟੈਪ ਬਾਈ ਸਟੈਪ ਆਪਾਂ ਕਲੀਨਿੰਗ ਸਿੱਖਾਂਗੇ ਕਿ ਕਿਸ ਤਰ੍ਹਾਂ ਉਸ ਦੀ ਕਲੀਨਿੰਗ ਕਰਕੇ ਉਸ ਨੂੰ ਆਇਲ ਦੇਣਾ ਪੈਂਦਾ ਹੈ। ਠੀਕ ਹੈ, ਡਿਫਰੈਂਟ ਟਾਈਪ ਆਫ ਕਲੀਨਿੰਗ ਇਕਵਿਪਮੈਂਟ ਦੇ ਬਾਰੇ ਵੀ ਆਪਾਂ ਦੇਖਾਂਗੇ ਸਿੱਖਾਂਗੇ। ਮੈਂ ਇਹ ਟੌਪਿਕ ਜਿਹੜਾ ਬੇਸਿਕ ਤੋਂ ਸ਼ੁਰੂ ਕਰਾਂਗੀ। ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਿਲਾਈ ਮਸ਼ੀਨ ਇੱਕ ਕਲਾ ਹੈ। ਉਸ ਕਲਾ ਨੂੰ ਬਰਕਰਾਰ ਰੱਖਣ ਦੇ ਲਈ ਉਸ ਵਿੱਚ ਵਰਤੇ ਜਾਣ ਵਾਲੇ ਜਿਹੜੇ ਸਮਾਨ ਹੈ ਨਾ, ਉਹਨਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਅਗਰ ਉਹਨਾਂ ਦਾ ਖਾਸ ਧਿਆਨ ਰੱਖਾਂਗੇ ਤਾਂ ਹੀ ਆਪਣੀ ਕਲਾ ਨੂੰ ਅਸੀਂ ਦੱਸ ਸਕਾਂਗੇ ਕਿ ਸਾਡੇ ਵਿੱਚ ਇਹ ਗੁਣ ਹੈਗਾ, ਇਹ ਕਲਾ ਹੈਗੀ ਹੈ। ਠੀਕ ਹੈ, ਇਹ 3 ਤਰ੍ਹਾਂ ਦੀਆਂ ਸਿਲਾਈ ਮਸ਼ੀਨ ਬੇਸਿਕ ਤੋਂ ਸ਼ੁਰੂ ਕਰਾਂਗੇ ਅਤੇ 3 ਤਰ੍ਹਾਂ ਦੀਆਂ ਸਿਲਾਈ ਮਸ਼ੀਨਸ ਆਉਂਦੀਆਂ ਨੇ। ਇੱਕ ਹੱਥ ਨਾਲ ਚੱਲਣ ਵਾਲੀ, ਪੈਰ ਨਾਲ ਚੱਲਣ ਵਾਲੀ ਅਤੇ ਬਿਜਲੀ ਨਾਲ ਚੱਲਣ ਵਾਲੀ। ਹੱਥ ਨਾਲ ਅਸੀਂ ਜਿਹੜੀ ਮਸ਼ੀਨ ਹੈ ਉਹ ਖਾਸ ਕਰਕੇ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ, ਹੈ ਨਾ। ਉਹਦੇ 'ਚ ਜਿੱਦਾਂ ਹੱਥ ਨਾਲ ਉਹ ਫਲਾਈ ਓਵਰ ਘੁੰਮਦਾ, ਜਿਵੇਂ ਹੈਂਡਲ ਨੂੰ ਯੂਜ਼ ਕਰਦੇ ਹਾਂ, ਇਹ ਘਰਾਂ ਦੇ ਵਿੱਚ ਆਮ ਤੌਰ 'ਤੇ ਯੂਜ਼ ਹੁੰਦੀ ਆ ਔਰ ਇਸ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਇਸ ਦੀ ਸਾਂਭ ਸੰਭਾਲ ਅਸੀਂ ਕਰਾਂਗੇ ਤਾਂ ਹੀ ਇਹ ਸਿਲਾਈ ਮਸ਼ੀਨ ਸਾਨੂੰ ਕੰਮ ਦੇਗੀ, ਕਿਉਂਕਿ ਆਪਾਂ ਘਰਾਂ ਦੇ ਵਿੱਚ ਇਹ ਜ਼ਿਆਦਾ ਮਤਲਬ ਜਗ੍ਹਾ ਵੀ ਕਵਰ ਨਹੀਂ ਕਰਦੀ। ਕਿਸੇ ਵੀ ਛੋਟੇ ਜਿਹੇ ਕੋਰਨਰ ਦੇ ਵਿੱਚ ਆਪਾਂ ਸਿਲਾਈ ਮਸ਼ੀਨ ਨੂੰ ਕਵਰ ਕਰਕੇ ਰੱਖ ਦਿੰਦੇ ਹਾਂ ਅਤੇ ਜਦੋਂ ਇਸ ਨੂੰ ਯੂਜ਼ ਕਰਨਾ ਅਤੇ ਇਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਔਰ ਇਸ ਮਸ਼ੀਨ ਨੂੰ ਮਹੀਨੇ ਦੇ ਵਿੱਚ 2 ਜਾਂ 3 ਵਾਰੀ ਤੇਲ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਇਸ ਨੂੰ ਤੇਲ ਦੇ ਕੇ ਇਸ ਨੂੰ ਸਾਫ਼ ਸੁਥਰਾ ਰੱਖ ਕੇ ਥੋੜ੍ਹੀ ਦੇਰ ਇਸ ਨੂੰ ਮਤਲਬ ਧੁੱਪ ਦੇ ਵਿੱਚ ਰੱਖ ਲਓ, ਕਿਤੇ ਵੀ ਰੱਖ ਕੇ ਇਸ ਨੂੰ ਫਲਾਈ ਕਰਕੇ ਇਸ ਨੂੰ ਮਤਲਬ ਘੁਮਾ ਕੇ ਇਸ ਦੀ ਸੰਭਾਲ ਕਰ ਲੈਣੀ ਹੈ। ਦੂਸਰਾ ਜਿਹੜਾ ਹੈ ਸਿਲਾਈ ਮਸ਼ੀਨ, ਉਹ ਪੈਰਾਂ ਨਾਲ ਚੱਲਣ ਵਾਲੀ ਸਿਲਾਈ ਮਸ਼ੀਨ ਹੈ। ਪੈਰ ਨਾਲ ਚੱਲਣ ਵਾਲੀ ਸਿਲਾਈ ਮਸ਼ੀਨ ਦੇ ਵਿੱਚ ਸਾਡੇ ਫੁੱਟ ਵਰਕ ਕਰਦੇ ਹਨ, ਹੈ ਨਾ, ਲੈਗਸ ਵਰਕ ਕਰਦੀਆਂ ਹਨ। ਉਸਦੇ ਵਿੱਚ ਸਾਡੇ ਦੋਨੋਂ ਹੱਥ ਜਿਹੜੇ ਫਰੀ ਹੋ ਜਾਂਦੇ ਹਨ ਅਤੇ ਉਹ ਕੱਪੜੇ ਨੂੰ ਮੂਵ ਕਰਨ ਦੇ ਵਿੱਚ ਹੈਲਪ ਕਰਦੇ ਹਨ। ਇਸ ਸਿਲਾਈ ਮਸ਼ੀਨ ਨੂੰ ਸਾਨੂੰ ਖਾਸ ਤੌਰ 'ਤੇ ਇਸ ਨੂੰ ਤੇਲ ਦੇਣਾ ਰੋਜ਼ ਹੀ ਪੈਂਦਾ ਹੈ। ਕਿਉਂਕਿ ਇਸ ਦੇ ਚੱਕੇ ਦੇ ਵਿੱਚ ਇੱਕ ਧਾਗਾ ਲੱਗਿਆ ਹੁੰਦਾ। ਉਸ ਧਾਗੇ ਨੂੰ ਉਹ ਨਰਮ ਤਰੀਕੇ ਨਾਲ ਜਾਂ ਸੋਫਟਲੀ ਵਰਕ ਕਰੇਗਾ ਤਾਂ ਹੀ ਸਾਡੇ ਪੈਰ ਈਜ਼ੀਲੀ ਵਰਕ ਕਰਨਗੇ, ਕਿਉਂਕਿ ਫਿਰ ਸਾਡੇ ਪੈਰਾਂ 'ਤੇ ਜ਼ੋਰ ਨਹੀਂ ਪੈਂਦਾ। ਅਗਰ ਉਹ ਚੀਜ਼ ਟਾਈਟ ਹੋਏਗੀ, ਉਹ ਘੁੰਮਣ ਵਾਲੀ ਚੀਜ਼ ਟਾਈਟ ਹੋਏਗੀ ਤਾਂ ਸਾਡੇ ਪੈਰਾਂ 'ਤੇ ਬਹੁਤ ਸਾਰਾ ਜ਼ੋਰ ਪੈਂਦਾ ਹੈ ਅਤੇ ਸਾਨੂੰ ਕੰਮ ਜ਼ਿਆਦਾ ਥਕਾਵਟ ਵਾਲਾ ਮਹਿਸੂਸ ਹੁੰਦਾ ਹੈ। ਤੀਸਰੀ ਜਿਹੜੀ ਸਿਲਾਈ ਮਸ਼ੀਨ ਹੈ ਉਹ ਤੁਸੀਂ ਦੇਖੋਗੇ ਕਿ ਮੋਟਰ ਵਾਲੀ ਸਿਲਾਈ ਮਸ਼ੀਨ ਹੈ। ਇਸ ਦੇ ਵਿੱਚ ਸਿਲਾਈ ਮਸ਼ੀਨ ਦੀ ਬੈਕ ਸਾਈਡ 'ਤੇ ਇੱਕ ਮੋਟੀ ਜਿਹੀ ਮੋਟਰ ਲੱਗੀ ਹੁੰਦੀ ਹੈ ਨਾ, ਬਿਜਲੀ ਵਾਲੀ ਮੋਟਰ। ਉਸ ਦੇ ਵਿੱਚ ਆਪਾਂ ਇੱਕ ਮਤਲਬ ਆਪਣੇ ਫੁੱਟ ਦੇ ਨਾਲ ਪ੍ਰੈਸ ਕਰਦੇ ਹਨ ਅਤੇ ਜਿਹੜੀ ਮਸ਼ੀਨ ਹੈ ਆਟੋਮੈਟਿਕਲੀ ਵਰਕ ਕਰਨੀ ਸ਼ੁਰੂ ਕਰ ਦਿੰਦੀ ਹੈ, ਕੰਮ ਕਰਨੀ ਸ਼ੁਰੂ ਕਰ ਦਿੰਦੀ ਹੈ। ਠੀਕ ਹੈ, ਹੁਣ ਜਿਹੜੀ ਇੰਡਸਟਰੀਅਲ ਦੇ ਵਿੱਚ, ਗਾਰਮੈਂਟ ਇੰਡਸਟਰੀਅਲ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਿਲਾਈ ਮਸ਼ੀਨਸ ਹੁੰਦੀਆਂ ਹਨ। ਸਿਲਾਈ ਮਸ਼ੀਨ ਨੂੰ ਪ੍ਰਯੋਗ ਕੀਤਾ ਜਾਂਦਾ ਹੈ ਨਾ, ਉੱਥੇ ਸਭ ਤੋਂ ਵੱਧ ਕੰਮ ਜਿਹੜਾ ਹੈ ਸਿਲਾਈ ਮਸ਼ੀਨ ਤੋਂ ਹੀ ਲਿਆ ਜਾਂਦਾ ਹੈ। ਉਹਨਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਮਸ਼ੀਨਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਜਿਹੜੀ ਹੈ ਤੇਲ ਦੀ ਟੈਂਕੀ ਆਟੋਮੈਟਿਕਲੀ ਫਿਕਟ ਹੁੰਦੀ ਹੈ। ਉਹਦੇ ਵਿੱਚ ਤੇਲ ਦੀ ਟੈਂਕੀ ਲੱਗੀ ਹੁੰਦੀ ਹੈ। ਜਿੰਨੀ ਦੇਰ ਉਹ ਸਿਲਾਈ ਮਸ਼ੀਨ ਕੰਮ ਕਰਦੀ ਹੈ, ਜਿੰਨੀ ਦੇਰ ਉਹ ਮਤਲਬ ਉਹਨੂੰ ਤੇਲ ਰਿਕੁਆਇਰ ਚਾਹੀਦੀ ਹੈ ਤੇਲ ਦੀ, ਉਹ ਆਪਣੇ ਆਪ ਹੀ ਉਸ ਤੋਂ ਤੇਲ ਲੈਣਾ ਸ਼ੁਰੂ ਕਰ ਦਿੰਦੀ ਹੈ। ਇਸ ਦੇ ਵਿੱਚ ਸਾਨੂੰ ਬਾਰ-ਬਾਰ ਤੇਲ ਦੇਣ ਦੀ ਲੋੜ ਨਹੀਂ ਪੈਂਦੀ, ਹੈ ਨਾ, ਔਰ ਇਹ ਆਟੋਮੈਟਿਕਲੀ ਤੇਲ ਲੈ ਲੈਂਦੀ ਹੈ। ਪਰ ਬਹੁਤ ਸਾਰੀਆਂ ਅਜਿਹੀਆਂ ਸਿਲਾਈ ਮਸ਼ੀਨਸ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਤੇਲ ਮਤਲਬ ਇਹ ਟੈਂਕੀ, ਇਹ ਸਿਸਟਮ ਫਿੱਟ ਨਹੀਂ ਹੁੰਦਾ ਹੈ ਨਾ, ਅਤੇ ਉਹਨਾਂ ਨੂੰ ਸਾਨੂੰ ਆਪ ਹੀ ਤੇਲ ਦੇਣਾ ਪੈਂਦਾ ਔਰ ਉਸਦੀ ਸੰਭਾਲ ਆਪ ਹੀ ਕਰਨੀ ਪੈਂਦੀ ਹੈ। ਔਰ ਅਸੀਂ ਉਸਦੀ ਸੰਭਾਲ ਤਾਂ ਹੀ ਕਰਾਂਗੇ ਜੇਕਰ ਸਾਨੂੰ ਇਹ ਚੀਜ਼ਾਂ ਦਾ ਪਤਾ ਹੋਏਗਾ ਕਿ ਕਿਹੜੀ ਚੀਜ਼ ਤੇਲ ਦੇਣ ਵਾਲੀ, ਕਿਹੜੀ ਮਾਰਕੀਟ ਦੇ ਵਿੱਚ ਚੀਜ਼ ਹੈਗੀ ਹੈ ਜਿਸ ਨੂੰ ਅਸੀਂ ਯੂਜ਼ ਕਰਕੇ ਆਪਣੀ ਸਿਲਾਈ ਮਸ਼ੀਨ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ। ਜਿੱਦਾਂ ਤੁਸੀਂ ਬੇਸਿਕਲੀ ਦੇਖਿਆ, ਜਿਹੜੀ ਘਰਾਂ ਦੇ ਵਿੱਚ ਸਿਲਾਈ ਮਸ਼ੀਨਸ ਹੁੰਦੀਆਂ ਨੇ ਉਸ ਲਈ ਛੋਟੀਆਂ ਕੀਪਸ ਮਿਲਦੀਆਂ ਹਨ ਮਾਰਕੀਟ ਦੇ ਵਿੱਚ, ਛੋਟੇ ਡੱਬਿਆਂ ਦੇ ਵਿੱਚ ਤੇਲ ਪਿਆ ਹੁੰਦਾ। ਅਸੀਂ ਉਹਦੇ ਨਾਲ ਆਪਣੀ ਮਸ਼ੀਨ ਨੂੰ ਈਜ਼ੀਲੀ ਤੇਲ ਦੇ ਸਕਦੇ ਹਾਂ। ਹੁਣ ਇਸ ਪਿਕਚਰ ਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਇੱਕ ਪਾਰਟ ਨੂੰ ਆਪਾਂ ਖੋਲ੍ਹ ਕੇ ਸਾਫ਼ ਕਰਨਾ ਹੈ। ਠੀਕ ਹੈ, ਇਹ ਸਿੰਪਲ ਸਿਲਾਈ ਮਸ਼ੀਨ ਹੈ। ਸਿੰਪਲ ਸਿਲਾਈ ਮਸ਼ੀਨ ਨੂੰ ਤੇਲ ਦੇਣਾ ਈਜ਼ੀ ਹੁੰਦਾ ਹੈ ਕਿਉਂਕਿ ਇਹ ਓਪਨ ਹੁੰਦੀ ਹੈ ਨਾ। ਇਸ ਦਾ ਇੱਕ ਪੁਰਜੇ ਨੂੰ ਤੁਸੀਂ ਸਟੈਪ ਬਾਈ ਸਟੈਪ ਖੋਲ੍ਹਣਾ ਔਰ 1 ਬਾਏ 1 ਉਸੇ ਤਰ੍ਹਾਂ ਹੀ ਹਰ ਪੁਰਜੇ ਨੂੰ ਤੁਸੀਂ ਫਿੱਟ ਕਰ ਦੇਣਾ। ਕਈਆਂ ਨੂੰ ਇਹ ਸਿਲਾਈ ਮਸ਼ੀਨ ਨੂੰ ਮਤਲਬ ਖੋਲ੍ਹਣਾ ਨਹੀਂ ਆਉਂਦਾ, ਉਹ ਕਹਿੰਦੇ ਕਿ ਸਾਫ਼ ਸਫਾਈ ਨਹੀਂ ਕਰ ਪਾਉਂਦੇ, ਉਹ ਕਾਰੀਗਰ ਤੋਂ ਇਹ ਚੀਜ਼ ਕਰਵਾਉਂਦੇ ਆ। ਬਟ 1-2 ਵਾਰੀ ਤੁਸੀਂ ਜਦੋਂ ਕਾਰੀਗਰ ਤੋਂ ਇਹ ਚੀਜ਼ ਕਰਵਾਉਂਦੇ ਹੋ, ਤੁਸੀਂ ਧਿਆਨ ਨਾਲ ਦੇਖਿਆ ਕਰੋ ਵੀ ਕਿਸ ਤਰ੍ਹਾਂ ਇਸ ਨੂੰ ਖੋਲ੍ਹਦਾ ਹੈ, ਕਿਸ ਤਰ੍ਹਾਂ ਇਸ ਨੂੰ ਬੰਦ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਸਿਲਾਈ ਮਸ਼ੀਨ ਨੂੰ ਖੋਲ੍ਹੋਗੇ
ਉਸਨੂੰ ਜ਼ਰਾ ਧਿਆਨ ਨਾਲ ਰੱਖੋ ਕਿ ਜਿਹੜੇ ਪੇਜ ਤੁਸੀਂ ਜਿਸ ਤਰੀਕੇ ਨਾਲ ਖੋਲ੍ਹ ਕੇ ਰੱਖੇ ਆ ਉਸੇ ਤਰ੍ਹਾਂ ਹੀ ਤੁਸੀਂ ਸਟੈਪ ਬਾਏ ਸਟੈਪ ਉਹ ਪੇਜ ਉਸਨੂੰ ਜੋੜਨੇ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਇਸ ਦੇ ਵਿੱਚ ਕੋਈ ਔਖਾ ਨਹੀਂ ਲੱਗਿਆ। ਇੱਕ ਵਾਰੀ ਦੋ ਵਾਰੀ ਕਰਨ ਤੋਂ ਬਾਅਦ ਇਹ ਚੀਜ਼ ਤੁਹਾਡੀ ਪ੍ਰੈਕਟਿਸ 'ਚ ਆ ਜਾਏਗੀ। ਔਰ ਸਿਲਾਈ ਮਸ਼ੀਨ ਜਿਹੜੀ ਹੈ ਹਮੇਸ਼ਾ ਚੰਗੀ ਹਾਲਤ 'ਚ ਹੋਣੀ ਚਾਹੀਦੀ ਹੈ। ਮਸ਼ੀਨ ਦੀ ਚੰਗੀ ਦੇਖਭਾਲ ਨਾਲ ਕੰਮ ਵਿੱਚ ਸਫਾਈ ਆਉਂਦੀ ਹੈ। ਜਦੋਂ ਵੀ ਆਪਾਂ ਕੋਈ ਵੀ ਕੰਮ ਕਰਾਂਗੇ, ਅਗਰ ਸਾਡੀ ਸਿਲਾਈ ਮਸ਼ੀਨ ਸਾਫ਼ ਸੁਥਰੀ ਹੋਏਗੀ ਤਾਂ ਉਹਦੇ ਵਿੱਚ ਕੰਮ ਦੇ ਵਿੱਚ ਵੀ ਸਫਾਈ ਆਏਗੀ, ਸਾਡਾ ਜੀਅ ਵੀ ਲੱਗੇਗਾ ਔਰ ਸਾਡੀ ਸਿਲਾਈ ਮਸ਼ੀਨ ਦੀ ਜਿਹੜੀ ਉਮਰ ਹੈ ਉਹ ਵੀ ਵੱਧ ਜਾਂਦੀ ਹੈ। ਅਗਰ ਸਿਲਾਈ ਮਸ਼ੀਨ ਨੂੰ ਅਸੀਂ ਸੁੱਟ ਦਿੰਦੇ ਹਾਂ ਜਾਂ ਸਿਲਾਈ ਮਸ਼ੀਨ ਅਸੀਂ ਲਈ ਹੈ ਅਤੇ ਸਾਡੇ ਇੰਨੇ ਵਰਕ ਦੇ ਵਿੱਚ ਨਹੀਂ ਹੈ, ਆਪਾਂ ਕੰਮ ਨਹੀਂ ਕਰਨੇ ਆ, ਉਹਦੇ ਤੋਂ ਥੋੜ੍ਹੀ ਬਹੁਤੀ ਸਿਲਾਈ ਲਗਾਈ ਹੈ ਤਾਂ ਉਸਨੂੰ ਚੱਕ ਕੇ ਸਾਈਡ 'ਤੇ ਰੱਖਤਾ ਔਰ ਓਪਨ ਨਹੀਂ ਰੱਖਤਾ, ਉਸਦੇ ਪੈਰ ਦੇ ਵਿੱਚ ਕੱਪੜਾ ਨਹੀਂ ਰੱਖਿਆ ਜਾਂ ਉਸਨੂੰ ਢੱਕ ਕੇ ਨਹੀਂ ਰੱਖਿਆ, ਉਹ ਸਿਲਾਈ ਮਸ਼ੀਨ ਜਿਹੜੀ ਖਰਾਬ ਹੋ ਜਾਂਦੀ ਹੈ। ਠੀਕ ਹੈ, ਉਸ ਸਿਲਾਈ ਮਸ਼ੀਨ ਦੇ ਵਿੱਚ ਜੰਗ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਹ ਸਿਲਾਈ ਮਸ਼ੀਨ ਜਿਹੜੀ ਹੈ ਭਾਰੀ ਚੱਲਣੀ ਸ਼ੁਰੂ ਹੋ ਜਾਂਦੀ ਹੈ, ਵਰਕ ਨਹੀਂ ਕਰਦੀ, ਉਸਦੇ ਵਿੱਚ ਡਸਟ ਫਸੀ ਰਹਿੰਦੀ ਹੈ। ਫਿਰ ਦੁਬਾਰਾ ਤੁਸੀਂ ਕੀ ਕਰਦੇ ਹੋ, ਸਿਲਾਈ ਮਸ਼ੀਨ ਨੂੰ ਚੱਕਦੇ ਹੋ, ਉਸੇ ਤਰ੍ਹਾਂ ਹੀ ਤੁਸੀਂ ਉਸਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ। ਉਸ ਦੇ ਵਿੱਚ ਉਸਦੇ ਜਿਹੜੇ ਅੰਦਰੂਨੀ ਪੁਰਜੇ ਜਿਹੜੇ ਬਹੁਤ ਅੰਦਰ ਤੱਕ ਪੁਰਜੇ ਹੁੰਦੇ ਆ ਉਹਨਾਂ ਤੱਕ ਡਸਟ ਜਾਣੀ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਪਹਿਲਾਂ ਤੋਂ ਡਸਟ ਬਾਹਰ ਹੁੰਦੀ ਹੈ ਨਾ। ਜਦੋਂ ਤੁਸੀਂ ਉਸਨੂੰ ਦੁਬਾਰਾ ਡਸਟ ਦੇ ਨਾਲ ਹੀ ਮੂਵ ਕਰਦੇ ਹੋ, ਸਿਲਾਈ ਮਸ਼ੀਨ ਨੂੰ ਚਲਾਉਂਦੇ ਹੋ, ਤਾਂ ਜਿਹੜੀ ਬਾਹਰ ਵਾਲੀ ਡਸਟ ਹੈ ਉਹ ਅੰਦਰ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਔਰ ਕੰਮ ਵਿੱਚ ਸਫਾਈ ਨਾ ਆਉਣ ਕਾਰਨ ਤੁਹਾਡਾ ਕੰਮ ਕਰਨ ਦਾ ਦਿਲ ਨਹੀਂ ਕਰਦਾ, ਤੁਸੀਂ ਬਾਰ-ਬਾਰ ਉਸ ਚੀਜ਼ ਨੂੰ ਮਤਲਬ ਬੰਦ ਕਰਦੇ ਹੋ ਜਾਂ ਕਿ ਉਹ ਮਤਲਬ ਵਿੱਚ ਹੀ ਕੰਮ ਛੱਡ ਕੇ ਤੁਸੀਂ ਚੱਲ ਜਾਂਦੇ ਹੋ, ਕਿਉਂਕਿ ਉਹ ਚੀਜ਼ ਤੁਹਾਨੂੰ ਪ੍ਰੋਪਰ ਤੁਸੀਂ ਕੰਮ ਨਹੀਂ ਕਰ ਰਹੀ, ਤੁਸੀਂ ਅੱਕ ਜਾਂਦੇ ਹੋ ਵੀ ਇਹ ਕਿਸ ਤਰ੍ਹਾਂ ਕੀਤਾ ਜਾਏ, ਮੈਂ ਕਿਸ ਤਰ੍ਹਾਂ ਕੰਮ ਕਰਾਂ, ਔਰ ਸਮੇਂ ਦੀ ਕਿੰਨੀ ਵੇਸਟੇਜ ਹੈ ਨਾ। ਅਗਰ ਤੁਹਾਡੀ ਚੀਜ਼ ਤੁਸੀਂ ਸਾਫ਼ ਸੁਥਰੀ ਰੱਖੀ ਹੈ, ਤੁਸੀਂ ਕਿਤੇ ਸਪੋਜ਼ ਕਰੋ ਕਿਸੇ ਪਾਰਟੀ 'ਚ ਜਾਣਾ ਹੈ ਨਾ, ਔਰ ਮਾਰਕੀਟ ਦੇ ਵਿੱਚ ਤੁਹਾਨੂੰ ਕੋਈ ਵੀ ਕਾਰੀਗਰ ਨਹੀਂ ਮਿਲ ਰਿਹਾ ਕਿ ਜਿਹੜਾ ਤੁਹਾਨੂੰ ਇੰਨੀ ਛੇਤੀ ਚੀਜ਼ ਦੇ ਸਕੇ। ਜੋ ਵੀ ਅਗਰ ਤੁਹਾਨੂੰ ਸਟਿਚਿੰਗ ਆਉਂਦੀ ਹੈ ਤਾਂ ਤੁਸੀਂ ਆਪਣੀ ਸਿਲਾਈ ਮਸ਼ੀਨ ਦੀ ਸੰਭਾਲ ਕੀਤੀ ਹੋਏਗੀ, ਸਾਫ਼ ਸੁਥਰਾ ਰੱਖਿਆ ਹੋਏਗਾ ਅਤੇ ਤੁਸੀਂ ਉਸ ਸਿਲਾਈ ਮਸ਼ੀਨ ਨੂੰ ਚੱਕੋਗੇ, ਤੁਸੀਂ ਆਪਣੀ ਕਟਿੰਗ ਕਰੋਗੇ, ਆਪਣਾ ਡਿਜ਼ਾਈਨਰ ਸੂਟ ਤਿਆਰ ਕਰਕੇ ਤੁਸੀਂ ਉਹ ਪਾਰਟੀ ਅਟੈਂਡ ਕਰ ਸਕਦੇ ਹੋ, ਹੈ ਨਾ। ਅਗਰ ਤੁਸੀਂ ਸਿਲਾਈ ਮਸ਼ੀਨ ਆਪਣੀ ਸੰਭਾਲ ਕੇ ਨਹੀਂ ਰੱਖੀ, ਔਨ ਦੀ ਸਪੋਟ ਤੁਹਾਨੂੰ ਉਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਅਤੇ ਫਿਰ ਤੁਸੀਂ ਕੀ ਕਰੋਗੇ, ਉਹ ਸਿਲਾਈ ਮਸ਼ੀਨ ਤੁਹਾਨੂੰ ਕੰਮ ਨਹੀਂ ਕਰਕੇ ਦੇਗੀ ਨਾ। ਇਸ ਦੇ ਨਾਲ ਤੁਹਾਡਾ ਟਾਈਮ ਵੀ ਬਚੇਗਾ। ਦੱਸੋ, ਇਸ ਦੇ ਨਾਲ ਟਾਈਮ ਦੀ ਵੇਸਟੇਜ ਹੀ ਵੇਸਟੇਜ ਹੈ, ਤੁਸੀਂ ਕੋਈ ਵੀ ਕੰਮ ਨਹੀਂ ਕਰੋਗੇ, ਹੈ ਨਾ। ਪੈਸੇ ਦੀ ਵੇਸਟੇਜ ਹੈ, ਕਾਰੀਗਰ ਨੂੰ ਬੁਲਾਓਗੇ, ਉਹਨੂੰ ਪੈਸੇ ਦਿਓਗੇ, ਫਿਰ ਤੁਸੀਂ ਆਪਣੀ ਸਿਲਾਈ ਮਸ਼ੀਨ ਨੂੰ ਠੀਕ ਕਰਵਾਓਗੇ ਔਰ ਤੁਸੀਂ ਸਿਲਾਈ ਮਸ਼ੀਨ ਨੂੰ ਠੀਕ ਕਰਵਾ ਲਿਆ, ਫਿਰ ਦੁਬਾਰਾ ਤੁਹਾਡਾ ਉਹੀ ਸਿਸਟਮ ਹੈ ਕਿ ਤੁਸੀਂ ਸਿਲਾਈ ਮਸ਼ੀਨ ਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਰੱਖਤਾ। ਹੁਣ ਤੁਸੀਂ ਨੈਕਸਟ ਦੇਖੋਗੇ ਕਿ ਜਿਵੇਂ ਸਿਲਾਈ ਮਸ਼ੀਨ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਜਿਵੇਂ ਪੂਰੀਆਂ ਕਵਰ ਸਿਲਾਈ ਮਸ਼ੀਨਸ ਆਉਂਦੀਆਂ ਹਨ, ਪੂਰੀਆਂ ਬੰਦ ਆਉਂਦੀਆਂ, ਇਹਨਾਂ ਦੇ ਅੰਦਰ ਡਸਟ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ, ਬਟ ਜਿੱਥੇ ਇਹਨਾਂ ਦੇ ਫੁੱਟ ਲੱਗੇ ਹੁੰਦੇ ਹਨ ਉਹਦੇ ਵਿੱਚ ਛੋਟੇ ਛੋਟੇ ਹੋਲ ਹੁੰਦੇ ਹਨ, ਮਤਲਬ ਕੱਪੜਾ ਤਾਂ ਉਹਦੇ ਵਿੱਚੋਂ ਪਾਸ ਹੋ ਕੇ ਜਾਣਾ ਨਾ। ਕਈ ਵਾਰੀ ਸਾਡੇ ਕੱਪੜੇ ਦੇ ਵਿੱਚ ਹੀ ਇੱਦਾਂ ਦੀ ਰੂਈ ਹੁੰਦੀ ਹੈ, ਛੋਟੇ ਛੋਟੇ ਕੰਨ ਹੁੰਦੇ ਆ ਜਿਹੜੇ ਉਹਦੇ ਜ਼ਰੀਏ ਅੰਦਰ ਜਾਣੇ ਸ਼ੁਰੂ ਹੋ ਜਾਂਦੇ ਆ, ਹੈ ਨਾ। ਇਹ ਸਿਲਾਈ ਮਸ਼ੀਨ ਜਿਹੜੀਆਂ ਅੱਜ ਕੱਲ੍ਹ ਆਟੋਮੈਟਿਕਲੀ ਸਿੰਗਰ ਸਿਲਾਈ ਮਸ਼ੀਨਾਂ ਜਿਹੜੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਕਿ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਵਰਕ ਵੀ ਕਰਕੇ ਦੇਣਗੀਆਂ ਔਰ ਇਹ ਫਾਸਟ ਵੀ ਕਾਫੀ ਚੱਲਦੀਆਂ ਹਨ, ਹੈ ਨਾ। ਇਹ ਚੀਜ਼ਾਂ ਨੂੰ ਆਪਾਂ ਧਿਆਨ ਰੱਖਣਾ ਹੈ। ਤੇਲ ਦੇਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਚਲੋ ਆਪਾਂ ਸਿਲਾਈ ਮਸ਼ੀਨ ਨੂੰ ਤੇਲ ਦੇਤਾ, ਤੇਲ ਦੇ ਕੇ ਅਸੀਂ ਸਿਲਾਈ ਮਸ਼ੀਨ ਨੂੰ ਰੱਖਤਾ ਉਹਨੂੰ ਟਿਕਾਣੇ 'ਤੇ, ਔਰ ਉਸ ਸਿਲਾਈ ਮਸ਼ੀਨ ਨੂੰ 5-10 ਮਿੰਟ ਦੇ ਬਾਅਦ ਆਪਾਂ ਦੁਬਾਰਾ ਚੈੱਕ ਕਰਨਾ, ਦੁਬਾਰਾ ਉਸਨੂੰ ਸਾਫ਼ ਸੁਥਰਾ ਕਰਨਾ, ਠੀਕ ਹੈ, ਉਸਦੀ ਦੇਖਭਾਲ ਕਰਨੀ ਹੈ, ਉਸਨੂੰ ਫਿਰ ਦੁਬਾਰਾ ਆਪਾਂ ਉਸੇ ਰੂਟੀਨ ਦੇ ਵਿੱਚ ਮੂਵ ਕਰਨਾ ਹੈ, ਉਸਨੂੰ ਚਲਾ ਕੇ ਦੇਖਣਾ। ਹੁਣ ਕਲੀਨਿੰਗ ਸਟੈਪ ਦੇ ਬਾਰੇ ਵਿੱਚ ਜਿਵੇਂ ਆਪਾਂ ਆਇਆ ਸੀਗਾ ਕਿ ਵੀ ਅਲੱਗ ਅਲੱਗ ਤਰ੍ਹਾਂ ਦੇ ਆਪਾਂ ਜਿਹੜੇ ਇਕਉਪਮੈਂਟ ਹੈ ਕਲੀਨਿੰਗ ਦੇ ਲਈ ਆਪਾਂ ਸਿਲਾਈ ਮਸ਼ੀਨ 'ਚ ਯੂਜ਼ ਕਰਦੇ ਹਾਂ। ਜਿਹੜੇ ਆਪਾਂ ਫੁੱਟ ਹੈ ਜਿੱਥੇ ਸਿਲਾਈ ਮਸ਼ੀਨ ਦੇ ਹੁੰਦੇ ਹਨ ਉੱਥੇ ਧਿਆਨ ਨਾਲ ਦੇਖੋ ਤੁਸੀਂ ਪਿਕਚਰ ਦੇ ਵਿੱਚ, ਉਸਨੂੰ ਪਲੇਟ ਨੂੰ ਖੋਲ੍ਹ ਕੇ ਉਸਦੇ ਬਰੱਸ਼ ਦੇ ਨਾਲ ਉਸਦੇ ਵਿੱਚੋਂ ਡਸਟ ਕੱਢੀ ਜਾ ਰਹੀ ਹੈ ਨਾ, ਕਿਉਂਕਿ ਉਹ ਦੰਦਰਾਲ ਹੈ ਜਿਹੜੀ ਸਿਲਾਈ ਮਸ਼ੀਨ ਦੀ ਉਹਦੇ ਵਿੱਚ ਡਸਟ ਫਸ ਜਾਂਦੀ ਹੈ। ਉਹ ਤਾਂ ਓਪਨ ਹੀ ਹੁੰਦੀ ਹੈ ਨਾ ਉਹਦੇ ਵਿੱਚ, ਕਿਉਂਕਿ ਉਸ ਹੋਲ ਦੇ ਵਿੱਚ ਸਿਲਾਈ ਮਸ਼ੀਨ ਨੀਚੇ ਜਾਂਦੀ ਹੈ, ਥੱਲੋਂ ਧਾਗਾ ਚੱਕਦੀ ਹੈ, ਉੱਪਰ ਵਾਲਾ ਧਾਗਾ ਦੋਨੋਂ ਪ੍ਰੋਪਰ ਤਰੀਕੇ ਨਾਲ ਮੂਵ ਕਰਦੇ ਹੈ ਅਤੇ ਉਹਦੇ ਅੰਦਰ ਜ਼ਿਆਦਾ ਡਸਟ ਫਸ ਜਾਂਦੀ ਹੈ ਕਿਉਂਕਿ ਕੱਪੜਾ ਉਹਦੇ ਵਿੱਚੋਂ ਹੀ ਮੂਵ ਕਰਦਾ ਜਾਂਦਾ ਹੈ ਨਾ, ਕੱਪੜੇ ਨੂੰ ਪਿੱਛੇ ਨੂੰ ਧੱਕਦੀ ਹੈ ਦੰਦਰਾਲ, ਅਤੇ ਉਸਨੂੰ ਬਰੱਸ਼ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ। ਔਰ ਹਮੇਸ਼ਾ ਜਦੋਂ ਵੀ ਸਿਲਾਈ ਮਸ਼ੀਨ ਨੂੰ ਤੇਲ ਦੇਣਾ ਧਿਆਨ ਰੱਖਣਾ ਉਸਨੂੰ ਪਹਿਲਾਂ ਸਾਫ਼ ਕਰਨਾ, ਸਾਫ਼ ਸੁਥਰੇ ਕੱਪੜੇ ਦੇ ਨਾਲ ਸਾਫ਼ ਕਰਕੇ, ਬਰੱਸ਼ ਦੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਹੀ ਉਸਨੂੰ ਆਇਲ ਦੇਣਾ, ਕਿਉਂਕਿ ਅਗਰ ਅਸੀਂ ਉਸਨੂੰ ਸਾਫ਼ ਨਹੀਂ ਕਰਾਂਗੇ ਡਸਟ ਸਾਡੀ ਉਸੇ ਤਰ੍ਹਾਂ ਵਿੱਚ ਸਿਲਾਈ ਮਸ਼ੀਨ ਦੇ ਫਸੀ ਰਹੇਗੀ। ਅਸੀਂ ਉੱਪਰ ਤੋਂ ਤੇਲ ਦੇ ਦਾਂਗੇ, ਉਹ ਤੇਲ
ਦੇਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਉਹ ਹਰ ਪੁਰਜੇ ਦੇ ਵਿੱਚ ਡਸਟ ਹੋਰ ਜ਼ਿਆਦਾ ਬਰੀਕੀ ਦੇ ਨਾਲ ਫਸਣੀ ਸ਼ੁਰੂ ਹੋ ਜਾਂਦੀ ਹੈ, ਹੋਰ ਜ਼ਿਆਦਾ ਅੱਗੇ ਤੱਕ ਜਾਣੀ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਛੋਟੇ ਛੋਟੇ ਅਲੱਗ-ਅਲੱਗ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਇਕਵਿਪਮੈਂਟ ਹੁੰਦੇ ਹਨ, ਜਿਹਨੂੰ ਆਪਾਂ ਇੱਕ ਇੱਕ ਪੁਰਜੇ ਦੇ ਛੋਟੇ ਛੋਟੇ ਹਿੱਸਿਆਂ ਦੇ ਵਿੱਚੋਂ ਆਪਾਂ ਡਸਟ ਨੂੰ ਬਾਹਰ ਕੱਢ ਸਕਦੇ ਹਾਂ, ਹੈ ਨਾ। ਏਅਰਬਡ ਦੇ ਨਾਲ ਆਪਾਂ ਇਸ ਡਸਟ ਨੂੰ ਮੂਵ ਕਰ ਸਕਦੇ ਹਾਂ ਸਿਲਾਈ ਮਸ਼ੀਨ ਦੇ ਵਿੱਚੋਂ। ਸਿਲਾਈ ਮਸ਼ੀਨ ਜਿਹੜੀ ਹੈ, ਹਮੇਸ਼ਾ ਧਿਆਨ ਰੱਖਣਾ ਹੈ ਕਿ ਜਿਹੜੀ ਸਿਲਾਈ ਮਸ਼ੀਨ ਹੈ ਉਹ ਇੱਕ ਸੁੱਕੀ ਥਾਂ 'ਤੇ ਵਿੱਚ ਰੱਖਣੀ ਹੈ, ਪਾਣੀ ਵਾਲੀ ਗਿੱਲੀ ਥਾਂ 'ਤੇ ਸਿਲਾਈ ਮਸ਼ੀਨ ਨੂੰ ਬਿਲਕੁਲ ਨਹੀਂ ਰੱਖਣਾ, ਕਿਉਂਕਿ ਅਗਰ ਤੁਸੀਂ ਗਿੱਲੀ ਥਾਂ 'ਤੇ ਸਿਲਾਈ ਮਸ਼ੀਨ ਨੂੰ ਰੱਖੋਗੇ ਤਾਂ ਉਸਦੇ ਹਰ ਪੁਰਜੇ 'ਤੇ ਜੰਗ ਲੱਗ ਜਾਏਗਾ, ਠੀਕ ਹੈ। ਸੀਲਣ ਵਾਲੀ ਜਗ੍ਹਾ ਦੇ ਵਿੱਚ ਸਿਲਾਈ ਮਸ਼ੀਨ ਨੂੰ ਕਦੇ ਵੀ ਨਹੀਂ ਰੱਖਣਾ। ਹੁਣ ਤੁਸੀਂ ਇੱਥੇ ਦੇਖੋਗੇ ਕਿ ਜਿਹੜਾ ਇੱਕ ਸ਼ਟਰ ਹੁੰਦਾ ਨੀਚੇ, ਜਿੱਥੇ ਆਪਾਂ ਫਿਰਕੀ ਫਿੱਟ ਕਰਦੇ ਹਾਂ, ਹੈ ਨਾ, ਉਹ ਬੜਾ ਇੰਪੋਰਟੈਂਟ ਪਾਰਟਸ ਹੁੰਦਾ ਹੈ, ਕਿਉਂਕਿ ਉਹਦੇ ਵਿੱਚੋਂ ਧਾਗਾ ਉੱਪਰ ਨੂੰ ਜਾਂਦਾ ਹੈ ਅਤੇ ਉੱਪਰ ਵਾਲਾ ਧਾਗਾ ਉਹ ਨੀਚੇ ਨੂੰ ਆਉਂਦਾ, ਉਹ ਦੋਨੋਂ ਧਾਗੇ ਕੰਬਾਈਨ ਹੋ ਕੇ ਕੱਪੜੇ ਨੂੰ ਸਟਿਚ ਕਰਦੇ ਆ। ਦਿਸ ਇਜ਼ ਵੈਰੀ ਇੰਪੋਰਟੈਂਟ ਪਾਰਟ ਆਫ ਸਵਿੰਗ ਮਸ਼ੀਨ। ਇਹ ਬਹੁਤ ਇੰਪੋਰਟੈਂਟ ਹਿੱਸਾ ਹੈ ਸਿਲਾਈ ਮਸ਼ੀਨ ਦਾ, ਹੈ ਨਾ, ਜਿਸ ਦੇ ਵਿੱਚ ਮਤਲਬ ਤੇਲ ਦੇਣਾ ਬਹੁਤ ਜ਼ਰੂਰੀ। ਔਰ ਹੋ ਸਕੇ ਤਾਂ ਇਹਨੂੰ ਹਮੇਸ਼ਾ ਖੋਲ੍ਹ ਕੇ, ਇਹਦੇ ਇੱਕ ਇੱਕ ਪੁਰਜੇ ਨੂੰ ਖੋਲ੍ਹ ਕੇ ਇਸ ਨੂੰ ਤੇਲ ਦੇਣਾ ਚਾਹੀਦਾ ਹੈ ਨਾ। ਔਰ ਜਿਸ ਤਰ੍ਹਾਂ ਤੁਸੀਂ ਇਹਦੇ ਚੱਕੇ ਨੂੰ ਖੋਲੋਗੇ, ਇਹਦੇ ਨੀਚੇ ਵਾਲੇ ਹਿੱਸੇ ਨੂੰ ਖੋਲੋਗੇ, ਉਸੇ ਤਰ੍ਹਾਂ ਹੀ ਤੁਸੀਂ ਇੱਕ ਇੱਕ ਪਾਰਟ ਨੂੰ ਰੱਖ ਕੇ ਉਹਨੂੰ ਦੁਬਾਰਾ ਖੋਲ੍ਹ ਕੇ ਉਹਨੂੰ ਐਜ਼ ਇਟ ਇਜ਼ ਜੋੜ ਦੇਣਾ, ਅਤੇ ਕੋਈ ਮੁਸ਼ਕਿਲ ਦੀ ਗੱਲ ਨਹੀਂ ਹੈ ਨਾ। ਅੱਛਾ, ਹੁਣ ਤੁਸੀਂ ਤੇਲ ਦੇਤਾ, ਸਪੋਜ਼ ਕਰੋ ਸਿਲਾਈ ਮਸ਼ੀਨ ਨੂੰ, ਅਗਰ ਤੁਹਾਡੇ ਕੋਲ ਜ਼ਿਆਦਾ ਟਾਈਮ ਹੈ, ਜੋ ਵੀ ਹੈ ਨਾ, ਸਿਲਾਈ ਮਸ਼ੀਨ ਨੂੰ ਤੇਲ ਦੇ ਕੇ ਉਹਨੂੰ 5 ਮਿੰਟ ਲਈ ਧੁੱਪ 'ਚ ਜਾਂ ਫਿਰ ਉਸਨੂੰ ਤੇਲ ਦੇ ਕੇ ਉਸਦੇ ਐਜ਼ ਇਟ ਪੁਰਜੇ ਰੱਖ ਦੇਣੇ ਚਾਹੀਦੇ ਹੈ ਨਾ, ਕਿਉਂਕਿ ਉਸਦੇ ਹਰ ਹਿੱਸੇ ਦੇ ਵਿੱਚ ਉਹ ਤੇਲ ਰਚ ਜੇ, ਜਿੱਥੇ ਜਿੱਥੇ ਵੀ ਉਹ ਤੇਲ ਲੱਗਣਾ ਹੈ ਉਹ ਤੇਲ ਆਰਾਮ ਨਾਲ ਚੱਲ ਜੇ। ਉਸ ਤੋਂ ਬਾਅਦ ਉਸ ਸਿਲਾਈ ਮਸ਼ੀਨ ਨੂੰ ਜੋੜ ਦੇਣਾ। ਸਿਲਾਈ ਮਸ਼ੀਨ ਨੂੰ ਜੋੜਨ ਤੋਂ ਬਾਅਦ ਉਸਨੂੰ ਮੂਵ ਕਰਕੇ ਦੇਖਣਾ। ਹੁਣ ਤੁਸੀਂ ਇਹ ਪਿਕਚਰ ਦੇਖੋਗੇ, ਇੰਡਸਟਰੀਅਲ ਦੇ ਵਿੱਚ ਜਿਹੜੀ ਯੂਜ਼ ਹੋਣ ਵਾਲੀਆਂ ਇੰਬਰੋਇਡਰੀ ਮਸ਼ੀਨ ਹੈ, ਇੰਬਰੋਇਡਰੀ, ਠੀਕ ਹੈ। ਇਹ ਤਾਂ ਇਹਨਾਂ ਵਿੱਚ ਆਟੋਮੈਟਿਕਲੀ ਜਿਹੜੀਆਂ ਤੇਲ ਦੀਆਂ ਟੈਂਕੀਆਂ ਲੱਗੀਆਂ ਹੁੰਦੀਆਂ, ਬਹੁਤ ਫਾਸਟ ਕੱਪੜਾ, ਰੋਲਰ ਲੱਗੇ ਹੁੰਦੇ ਆ, ਹੈ ਨਾ, ਰੋਲਰ ਦੇ ਵਿੱਚੋਂ ਕੱਪੜਾ ਆਪਣੇ ਆਪ ਜਾਂਦਾ, ਡਿਜ਼ਾਈਨ ਇਹਦੇ ਵਿੱਚ ਫਿੱਟ ਹੁੰਦੇ ਹਨ, ਠੀਕ ਹੈ। ਇੱਕ ਹੀ ਟਾਈਮ ਦੇ ਵਿੱਚ ਬਹੁਤ ਸਾਰੇ ਮਤਲਬ ਡਿਜ਼ਾਈਨ ਤਿਆਰ ਹੁੰਦੇ ਆ ਇਹਦੇ ਵਿੱਚ, ਆਟੋਮੈਟਿਕਲੀ ਡਿਜ਼ਾਈਨ ਫਿੱਟ ਕਰਕੇ ਇਹਦੇ ਵਿੱਚ ਰੋਲ, ਕੱਪੜੇ ਦਾ ਰੋਲ ਚੜ੍ਹਾ ਕੇ ਉਹ ਮਸ਼ੀਨ ਬਹੁਤ ਫਾਸਟ ਕੰਮ ਕਰਦੀ ਹੈ। ਜਦੋਂ ਇਹ ਮਸ਼ੀਨ ਕੰਮ ਕਰਦੀ ਹੈ ਅਤੇ ਜਿੰਨੇ ਟਾਈਮ 'ਚ ਇਹਦੇ ਪੁਰਜੇ ਵਰਕ ਕਰਦੇ ਹੈ, ਜਿੰਨੇ ਮਤਲਬ ਈਜ਼ੀਲੀ ਵਰਕ ਕਰਨੇ ਚਾਹੀਦੇ ਆ ਨਾ, ਉਹ ਜਿਹੜੀ ਟੈਂਕੀ ਹੈ ਆਟੋਮੈਟਿਕਲੀ ਨਾ ਉਹਨੇ ਟਾਈਮ ਤੋਂ ਬਾਅਦ ਉਹਨੂੰ ਤੇਲ ਦੇਣਾ ਸ਼ੁਰੂ ਕਰ ਦਿੰਦੀ ਹੈ ਇਹਦੇ ਪੁਰਜਿਆਂ ਨੂੰ। ਇਸ ਮਸ਼ੀਨ ਨੂੰ ਤਾਂ ਅਸੀਂ ਵਾਰ-ਵਾਰ ਖੋਲ੍ਹ ਕੇ ਜਾਂ ਇਹਦੇ ਇੱਕ ਇੱਕ ਪੁਰਜੇ ਨੂੰ ਖੋਲ੍ਹ ਕੇ ਤਾਂ ਸਾਫ਼ ਨਹੀਂ ਕਰ ਸਕਦੇ ਨਾ, ਠੀਕ ਹੈ। ਇਹਦੇ ਵਿੱਚ ਆਟੋਮੈਟਿਕਲੀ ਜਿਹੜੀਆਂ ਨਾ ਕੀਪ ਦੀਆਂ ਟੈਂਕੀਆਂ ਫਿੱਟ ਹੁੰਦੀਆਂ ਹਨ, ਅਤੇ ਇਹ ਆਪਣੇ ਆਪ ਹੀ ਜਿਹੜਾ ਤੇਲ ਹੈ ਉਹ ਲੈਣਾ ਸ਼ੁਰੂ ਕਰ ਦਿੰਦੇ ਆ। ਹੁਣ ਜਿਹੜੀ ਬੁਟੀਕਸ ਦੇ ਵਿੱਚ ਜਾਂ ਫਿਰ ਤੁਸੀਂ ਲੈ ਲਓ ਇੰਡਸਟਰੀ ਦੇ ਵਿੱਚ ਆਪਾਂ ਸਿਲਾਈ ਮਸ਼ੀਨ ਯੂਜ਼ ਕਰਦੇ ਹਾਂ, ਜਿਸ ਜਗ੍ਹਾ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਜਿੱਥੇ ਵੀ ਆਪਾਂ ਬਹਿੰਦੇ ਹਾਂ, ਉਹ ਚੀਜ਼ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਸਾਫ਼ ਸੁਥਰੀ ਹੋਣ ਦੇ ਨਾਲ ਸਾਡਾ ਇੱਕ ਇੰਟਰਸਟ ਬਣਿਆ ਰਹਿੰਦਾ ਉਸ ਜਗ੍ਹਾ ਦੇ ਨਾਲ, ਉਸ ਜਗ੍ਹਾ ਨਾਲ ਇੱਕ ਸਾਡਾ ਰਿਸ਼ਤਾ ਬਣ ਜਾਂਦਾ ਹੈ ਨਾ। ਜਿੱਥੇ ਆਪਾਂ ਕੰਮ ਕਰਦੇ ਹਾਂ, ਉਹ ਕੰਮ ਕਰਨ ਵਾਲੀ ਜਗ੍ਹਾ ਸਾਡੇ ਲਈ ਇੱਕ ਇੰਪੋਰਟੈਂਟ ਫੀਲਿੰਗ ਦਿੰਦੀ ਹੈ ਕਿ ਇਹ ਜਗ੍ਹਾ 'ਤੇ ਮੈਂ ਕੰਮ ਕਰਨਾ, ਵਰਕ ਕਰਨਾ। ਉੱਥੋਂ ਸਾਫ਼ ਕਰਕੇ, ਸਿਲਾਈ ਮਸ਼ੀਨ ਸਾਫ਼ ਕਰਕੇ ਫਿਰ ਆਪਾਂ ਉਸ ਕੰਮ ਨੂੰ ਸਟਾਰਟ ਕਰਦੇ ਹਾਂ। ਅਗਰ ਸ਼ੁਰੂ 'ਚ ਹੀ ਸਾਡੀ ਸਿਲਾਈ ਮਸ਼ੀਨ ਖ਼ਰਾਬ ਚੱਲੇਗੀ ਜਾਂ ਉਸਨੂੰ ਸਾਫ਼ ਨਹੀਂ ਰੱਖਿਆ ਹੋਏਗਾ, ਫਿਰ ਸਾਡਾ ਦਿਲ ਉਸ ਕੰਮ ਕਰਨ ਨੂੰ ਨਹੀਂ ਕਰੇਗਾ, ਹੈ ਨਾ। ਹੁਣ ਇਹ ਸਿਲਾਈ ਮਸ਼ੀਨ ਦੀ ਜਿਵੇਂ ਸੂਈ ਨੂੰ ਕਿਵੇਂ ਜੋੜਨਾ ਹੈ, ਉਹਦੇ ਸਾਰੇ ਪਾਰਟਸ ਆਪਾਂ ਖੋਲ੍ਹੇ ਹੋਣਗੇ, ਤੁਸੀਂ ਦੇਖੋਗੇ ਪਿਕਚਰ 'ਚ ਕਿਵੇਂ ਉਸਦੇ ਪੇਚ ਨੂੰ ਖੋਲ੍ਹ ਕੇ ਉਸ ਸਿਲਾਈ ਮਸ਼ੀਨ ਨੂੰ ਫਿੱਟ ਕੀਤਾ ਜਾ ਰਿਹਾ। ਉਸ ਜਿਸ ਜਗ੍ਹਾ 'ਤੇ ਆਪਾਂ ਸਿਲਾਈ ਮਸ਼ੀਨ ਦੀ ਸੂਈ ਫਿੱਟ ਕਰਦੇ ਹਾਂ, ਉੱਥੇ ਵੀ ਆਪਾਂ ਨੂੰ ਤੇਲ ਦੇਣਾ ਚਾਹੀਦਾ ਹੈ ਨਾ। ਉਹ ਤੇਲ ਦੇਣ ਦੇ ਨਾਲ, ਕਿਉਂਕਿ ਉਹ ਜਗ੍ਹਾ ਦੇ ਵਿੱਚ ਜਿਵੇਂ ਸੂਈ ਫਸਦੀ ਨਹੀਂ ਹੈ, ਜੰਗ ਨਹੀਂ ਲੱਗਦਾ, ਹੈ ਨਾ। ਈਜ਼ੀਲੀ ਆਪਾਂ ਸੂਈ ਨੂੰ ਚੇਂਜ ਕਰ ਸਕਦੇ ਹਾਂ। ਕਈ ਵਾਰੀ ਆਪਾਂ ਮੋਟੇ ਕੱਪੜੇ 'ਤੇ ਸਿਲਾਈ ਲਗਾਉਣੀ ਹੈ, ਉਸ ਤਰ੍ਹਾਂ ਦੀ ਸੂਈ ਯੂਜ਼ ਕਰਨੀ ਹੈ। ਕਈ ਵਾਰੀ ਆਪਾਂ ਪਤਲੇ ਕੱਪੜੇ 'ਤੇ ਸਿਲਾਈ ਲਗਾਉਣੀ ਹੈ, ਉਸ ਤਰ੍ਹਾਂ ਦੀ ਸੂਈ ਯੂਜ਼ ਕਰਨੀ ਹੈ। ਅਗਰ ਉਸ ਜਗ੍ਹਾ 'ਤੇ ਤੇਲ ਦਿੱਤਾ ਹੋਏਗਾ ਤਾਂ ਉਹ ਈਜ਼ੀਲੀ ਓਪਨ ਹੋ ਜਾਏਗੀ, ਈਜ਼ੀਲੀ ਆਪਾਂ ਉਸਨੂੰ ਦੁਬਾਰਾ ਲਗਾ ਸਕਦੇ ਹਾਂ। ਹੁਣ ਜਦੋਂ ਸਿਲਾਈ ਮਸ਼ੀਨ ਨੂੰ ਆਪਾਂ ਤੇਲ ਦੇਤਾ, ਉਸ ਤੋਂ ਬਾਅਦ 8-10 ਮਿੰਟ ਬਾਅਦ ਆਪਾਂ ਫਿਰ ਦੁਬਾਰਾ ਉਸ ਸਿਲਾਈ ਮਸ਼ੀਨ ਨੂੰ ਯੂਜ਼ ਕਰਨਾ ਹੈ ਨਾ। ਮਤਲਬ ਸਿਲਾਈ ਮਸ਼ੀਨ ਜਦੋਂ ਆਪਾਂ ਸਿਲਾਈ ਮਸ਼ੀਨ ਨੂੰ ਤੇਲ ਦੇਤਾ, ਜਦੋਂ ਆਪਾਂ ਉਸਨੂੰ ਚਲਾਇਆ 1 ਘੰਟਾ 2 ਘੰਟੇ ਉਸਦੇ ਉੱਤੇ ਪੂਰਾ ਦਿਨ ਕੰਮ ਕੀਤਾ, ਫਿਰ ਉਸ ਸਿਲਾਈ ਮਸ਼ੀਨ ਨੂੰ ਕੀ ਕਰਨਾ, ਤੁਸੀਂ ਢੱਕ ਕੇ ਰੱਖ ਦੇਣਾ।
ਢੱਕ ਕੇ ਰੱਖੋਗੇ ਤਾਂ ਉਹ ਸਿਲਾਈ ਮਸ਼ੀਨ ਦੇ ਵਿੱਚ ਡਸਟ ਨਹੀਂ ਜਾਏਗੀ। ਬਟ ਜਿਹੜਾ ਤੁਸੀਂ ਪੂਰੇ ਦਿਨ ਦਾ ਕੰਮ ਕੀਤਾ ਹੋਏਗਾ, ਉਸ ਕੰਮ ਤੋਂ ਬਾਅਦ ਤੁਹਾਨੂੰ ਉਸ ਸਿਲਾਈ ਮਸ਼ੀਨ ਨੂੰ, ਚਾਹੇ ਤੁਸੀਂ ਬਾਹਰ ਤੋਂ ਹੀ ਉਸ ਸੋਫਟ ਕੱਪੜੇ ਦੇ ਨਾਲ ਉਸਦੇ ਹਰ ਪੁਰਜੇ 'ਤੇ ਹਲਕਾ ਹਲਕਾ ਕੱਪੜਾ ਫੇਰ ਕੇ ਉਸ ਨੂੰ ਸਾਫ਼ ਕਰ ਦਿਓ, ਲੇਕਿਨ 2 ਜਾਂ 3, ਅਗਰ ਤੁਹਾਡਾ ਬਹੁਤ ਜ਼ਿਆਦਾ ਕੰਮ ਹੈ ਤੇ 2 ਜਾਂ 3 ਦਿਨ ਬਾਅਦ ਤੁਸੀਂ ਆਪਣੀ ਸਿਲਾਈ ਮਸ਼ੀਨ ਨੂੰ ਖੋਲ੍ਹ ਕੇ ਸਾਫ਼ ਕਰਨਾ ਹੈ। ਅਗਰ ਤੁਸੀਂ ਬਹੁਤ ਘੱਟ ਕੰਮ ਕਰਦੇ ਹੋ, ਜਿਵੇਂ ਘਰਾਂ ਦੇ ਵਿੱਚ ਸਿਲਾਈ ਮਸ਼ੀਨ ਰੱਖੀ ਹੈ, ਤੇ ਫਿਰ ਤੁਸੀਂ ਕੋਈ ਮਹੀਨੇ 'ਚ 2 ਵਾਰੀ ਜਾਂ 3 ਵਾਰੀ ਆਪਣੀ ਸਿਲਾਈ ਮਸ਼ੀਨ ਨੂੰ ਖੋਲ੍ਹ ਕੇ ਤੇਲ ਦੇ ਸਕਦੇ ਹੋ। ਹੁਣ ਤੁਸੀਂ ਦੇਖੋਗੇ ਇਸ ਪਿਕਚਰ ਦੇ ਵਿੱਚ ਕਿ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਸਿਲਾਈ ਮਸ਼ੀਨਸ ਜਿਵੇਂ ਕੰਮ ਕਰ ਰਹੇ ਆ। ਬਹੁਤ ਟਾਈਮ ਦੇ ਵਿੱਚ ਬਹੁਤ ਸਾਰੀਆਂ ਸਿਲਾਈ ਮਸ਼ੀਨਸ ਯੂਜ਼ ਕੀਤੀਆਂ ਜਾ ਰਹੀਆਂ ਹਨ। ਇਹਨਾਂ ਨੂੰ ਪ੍ਰੋਪਰ ਸਾਫ਼ ਸਫਾਈ ਦੇ ਨਾਲ ਕਿੰਨੀ ਮਤਲਬ ਤਿਆਰ ਕੀਤਾ ਗਿਆ, ਤੇਲ ਦਿੱਤਾ ਗਿਆ, ਤਾਂ ਹੀ ਕਿੰਨੀ ਇੰਨੇ ਜ਼ਿਆਦਾ ਕੱਪੜੇ ਇੱਕ ਟਾਈਮ ਦੇ ਵਿੱਚ ਇੰਡਸਟਰੀ ਦੇ ਵਿੱਚ ਨਿਕਲ ਸਕਦੇ ਆ, ਹੈ ਨਾ, ਕੰਮ ਕਰ ਸਕਦੇ ਹਨ। ਹੁਣ ਅਸੀਂ ਸਿਲਾਈ ਮਸ਼ੀਨ ਨੂੰ ਜਿਵੇਂ ਜਦੋਂ ਵੀ ਅਸੀਂ ਕੋਈ ਨਵੀਂ ਸਿਲਾਈ ਮਸ਼ੀਨ ਲਾਉਂਦੇ ਹਾਂ, ਹੈ ਨਾ, ਉਹ ਸਿਲਾਈ ਮਸ਼ੀਨ ਜਿਹੜੀ ਹੈ ਸਾਡੀ, ਉਹ ਪੈਕ ਹੁੰਦੀ ਹੈ ਪਹਿਲੇ ਹੀ, ਠੀਕ ਹੈ। ਗਰੀਸ, ਉਸ ਜਿਹੜੀ ਨਵੀਂ ਸਿਲਾਈ ਮਸ਼ੀਨ ਹੁੰਦੀ ਆ ਉਸ ਨੂੰ ਹਮੇਸ਼ਾ ਗਰੀਸ ਲੱਗੀ ਹੁੰਦੀ ਹੈ, ਗਰੀਸ ਨਾਲ ਪੈਕ ਕੀਤੀ ਹੁੰਦੀ ਹੈ। ਜਦੋਂ ਅਸੀਂ ਉਸਨੂੰ ਚਲਾਉਂਦੇ ਹਾਂ ਤਾਂ ਉਹ ਕਾਫੀ ਭਾਰੀ ਚੱਲਦੀ ਹੈ। ਉਹ ਸਿਲਾਈ ਮਸ਼ੀਨ ਮਤਲਬ ਉਹਨੂੰ ਜਦੋਂ ਵੀ ਆਪਾਂ ਚਲਾਉਣਾ ਹੈ ਤਾਂ ਉਹ ਸਿਲਾਈ ਮਸ਼ੀਨ ਹੈਵੀ ਚੱਲਦੀ ਆ। ਅਸੀਂ ਉਸਨੂੰ ਤੇਲ ਦੇਣਾ, ਤੇਲ ਦੇਣ ਤੋਂ ਬਾਅਦ ਅਸੀਂ ਉਸਨੂੰ ਚੰਗੀ ਤਰ੍ਹਾਂ ਮਤਲਬ ਸਿਲਾਈ ਮਸ਼ੀਨ ਨੂੰ ਚਲਾਉਣਾ ਹੈ ਔਰ ਉਸਨੂੰ ਲਗਾਤਾਰ ਚਲਾਉਣਾ ਪੈਣਾ। ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਚਲਾਤਾ ਫਿਰ ਉਸ ਸਿਲਾਈ ਮਸ਼ੀਨ ਨੂੰ ਰੱਖਤਾ ਅਤੇ ਫਿਰ ਦੁਬਾਰਾ ਉਸ ਸਿਲਾਈ ਮਸ਼ੀਨ ਨੂੰ 15 ਦਿਨਾਂ ਬਾਅਦ ਜਾਂ 3-4 ਦਿਨ ਬਾਅਦ ਉਸਨੂੰ ਫਿਰ ਦੁਬਾਰਾ ਚਲਾਇਆ, ਅਤੇ ਐਵੇਂ ਕੁਛ ਨਹੀਂ ਹੋਣਾ ਚਾਹੀਦਾ। ਮੇਨ ਗੱਲ ਤਾਂ ਸਿਲਾਈ ਮਸ਼ੀਨ ਅਗਰ ਸਾਫ਼ ਸੁਥਰੀ ਹੈ ਤਾਂ ਫਿਰ ਸਾਡੇ ਕੰਮ ਦੇ ਵਿੱਚ ਦਿਲਚਸਪੀ ਹੋਏਗੀ, ਕੱਪੜਾ ਵੀ ਸਹੀ ਅਸੀਂ ਕਰ ਸਕਦੇ ਹਾਂ, ਹੈ ਨਾ, ਅਤੇ ਸਾਨੂੰ ਮਤਲਬ ਉਸ ਕੰਮ ਨੂੰ ਕਰਨ 'ਚ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਸਿਲਾਈ ਮਸ਼ੀਨ ਸਾਡੀ ਸਹੀ ਚੱਲਦੀ ਹੈ। ਔਰ ਸਿਲਾਈ ਮਸ਼ੀਨ ਵਿੱਚ ਜਿਵੇਂ ਤੇਲ ਦੇਣ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਇਕਉਪਮੈਂਟ ਦੇਖੇ ਆ ਬਹੁਤ ਸਾਰੇ ਮਾਰਕੀਟ ਦੇ ਵਿੱਚ, ਜਿਵੇਂ ਛੋਟੀ ਏਅਰਬਡ ਬਰੱਸ਼ ਛੋਟੇ-ਛੋਟੇ ਆਉਂਦੇ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸਿਲਾਈ ਮਸ਼ੀਨ ਨੂੰ ਤੇਲ ਦੇਣ ਲਈ। ਇੱਕ ਬੋਤਲ, ਕੁੱਪੀ, ਟੈਂਕੀ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਸਿਲਾਈ ਮਸ਼ੀਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਯੂਜ਼ ਕਰ ਸਕਦੇ ਹਾਂ। ਹੁਣ ਸਿਲਾਈ ਮਸ਼ੀਨ ਦੀ ਦੇਖਭਾਲ ਲਈ ਆਪਾਂ ਘਰਾਂ ਦੇ ਵਿੱਚ ਜਿਵੇਂ ਆਪਾਂ ਸਿਲਾਈ ਨੂੰ ਯੂਜ਼ ਕਰ ਲਿਆ, ਹੈ ਨਾ, ਅਤੇ ਉਸ ਦੇ ਯੂਜ਼ ਕਰਨ ਤੋਂ ਬਾਅਦ ਉਸਦੇ ਪੈਰਾਂ ਦੇ ਥੱਲੇ ਹਮੇਸ਼ਾ ਕੱਪੜਾ ਰੱਖਣਾ ਹੈ। ਜਦੋਂ ਵੀ ਸਿਲਾਈ ਮਸ਼ੀਨ ਨੂੰ ਆਪਾਂ ਯੂਜ਼ ਕਰਨਾ, ਚਾਹੇ ਉਹ ਬੁਟੀਕਸ ਹੈ ਸਾਡੀ, ਚਾਹੇ ਉਹ ਘਰਾਂ ਦੇ ਵਿੱਚ ਕੋਈ ਮਸ਼ੀਨ ਹੈ, ਚਾਹੇ ਇੰਡਸਟਰੀਅਲ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ, ਆਪਣੀ ਮਸ਼ੀਨ ਦੇ ਨੀਚੇ ਹਮੇਸ਼ਾ ਕੱਪੜਾ ਦੇ ਕੇ ਜਾਣਾ ਹੈ। ਕਿਉਂਕਿ ਜਦੋਂ ਉਹ ਸਿਲਾਈ ਮਸ਼ੀਨ ਪੂਰੀ ਰਾਤ ਬੰਦ ਰਹਿੰਦੀ ਹੈ ਜਾਂ ਫਿਰ ਅਸੀਂ ਉਸਦਾ ਯੂਜ਼ ਨਹੀਂ ਕਰਦੇ ਕਾਫੀ ਟਾਈਮ ਲਈ, ਤਾਂ ਫਿਰ ਉਸਨੂੰ ਉਸਦੇ ਜਿਹੜੇ ਦੰਦਰਾਲ ਦੀ ਮਤਲਬ ਜਿੱਥੋਂ ਕੱਪੜਾ ਮੂਵ ਕਰਦਾ ਹੈ, ਜਿੱਥੇ ਸੂਈ ਲੱਗੀ ਹੁੰਦੀ ਹੈ, ਉਸ ਦੇ ਜ਼ਰੀਏ ਬਹੁਤ ਜਲਦੀ ਡਸਟ ਅੰਦਰ ਨੂੰ ਜਾਂਦੀ ਹੈ। ਕਿਉਂਕਿ ਮੇਨ ਪਾਰਟ ਹੀ ਸਿਲਾਈ ਮਸ਼ੀਨ ਦਾ ਉਹੀ ਹੈ ਨਾ, ਸ਼ਟਰ ਨੀਚੇ ਲੱਗਿਆ ਹੋਇਆ ਹੈ, ਉੱਪਰ ਸੂਈ ਲੱਗੀ ਹੋਈ ਹੈ, ਔਰ ਉੱਥੇ ਛੋਟੇ-ਛੋਟੇ ਜਿਹੜੇ ਹੋਲ ਬਣੇ ਹੁੰਦੇ ਹੈ, ਉਹਨਾਂ ਹੋਲ ਦੇ ਜ਼ਰੀਏ ਉਹ ਜਿਹੜੀ ਹੈ ਡਸਟ ਉਹ ਬੜੀ ਜਲਦੀ ਅੰਦਰ ਜਾਂਦੀ ਹੈ, ਔਰ ਫਿਰ ਦੁਬਾਰਾ ਉਹ ਡਸਟ ਬਿਨਾਂ ਕਿਸੇ ਮਤਲਬ ਖੋਲ੍ਹੇ ਉਹ ਸਿਲਾਈ ਮਸ਼ੀਨ ਖੋਲ੍ਹੇ ਉਹ ਸਾਫ਼ ਨਹੀਂ ਹੋ ਸਕਦੀ, ਹੈ ਨਾ। ਉਸ ਸਿਲਾਈ ਮਸ਼ੀਨ ਨੂੰ ਸਾਫ਼ ਕਰਨ ਦੇ ਲਈ ਸਾਨੂੰ ਕੀ ਕਰਨਾ ਪੈਣਾ, ਉਸ ਦੇ ਨੀਚੇ ਕੱਪੜਾ ਰੱਖਣਾ ਪੈਣਾ ਔਰ ਉਸਨੂੰ ਸੁੱਕੀ ਜਗ੍ਹਾ ਦੇ ਵਿੱਚ ਰੱਖਣਾ ਹੈ। ਕੋਈ ਸੀਲਣ ਵਾਲੀ ਜਗ੍ਹਾ ਦੇ ਵਿੱਚ ਸਿਲਾਈ ਮਸ਼ੀਨ ਨਹੀਂ ਹੋਣੀ ਚਾਹੀਦੀ। ਜਦੋਂ ਵੀ ਸਾਡੀ ਸਿਲਾਈ ਮਸ਼ੀਨ ਸਹੀ ਹੋਏਗੀ, ਸਾਡਾ ਮੂਡ ਵੀ ਬਹੁਤ ਅੱਛਾ ਹੋਏਗਾ, ਤਾਂ ਅਸੀਂ ਬਹੁਤ ਅੱਛੇ ਤਰੀਕੇ ਨਾਲ ਆਪਣੇ ਕੰਮ ਨੂੰ ਕਰ ਸਕਦੇ ਹਾਂ, ਠੀਕ ਹੈ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ 'ਚ ਰੱਖ ਕੇ ਹੀ ਆਪਣੀ ਸਿਲਾਈ ਮਸ਼ੀਨ ਦਾ ਕੰਮ ਕਰਨਾ ਹੈ। ਕਿਉਂਕਿ ਸਕਿੱਲ ਇੰਡੀਆ ਦਾ ਮੇਨ ਮਕਸਦ ਜਿਹੜਾ ਅਪੈਰਲ ਹੈ, ਉਹ ਅਪੈਰਲ ਦੇ ਵਿੱਚ ਸਾਰਾ ਕੰਮ ਹੀ ਸਿਲਾਈ ਮਸ਼ੀਨ ਦਾ ਹੁੰਦਾ ਹੈ ਨਾ। ਸਿਲਾਈ ਮਸ਼ੀਨ ਜਿਹੜੀ ਇੰਪੋਰਟੈਂਟ ਪਾਰਟ ਹੈ ਨਾ ਅਪੈਰਲ ਦਾ। ਸਕਿੱਲ ਇੰਡੀਆ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਇਕਉਪਮੈਂਟ ਯੂਜ਼ ਕੀਤਾ ਜਾਂਦਾ ਹੈ ਨਾ। ਔਰ ਗਰਲਸ ਨੂੰ, ਸਟੂਡੈਂਟਸ ਨੂੰ ਅਸੀਂ ਮੇਨ ਸਿਲਾਈ ਮਸ਼ੀਨ ਦੀ ਸੰਭਾਲ ਤੋਂ ਹੀ ਸ਼ੁਰੂ ਕਰਨਾ ਆਪਣਾ ਇਹ ਸਾਰਾ ਕੰਮ। ਸਾਰੇ ਗਰਲਸ ਜਾਂ ਸਟੂਡੈਂਟਸ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਅਗਰ ਅਸੀਂ ਆਪਣੀ ਜਿਸ ਤੋਂ ਅਸੀਂ ਸਿੱਖ ਰਹੇ ਹਾਂ ਕੋਈ ਵੀ ਚੀਜ਼, ਹੈ ਨਾ, ਸਿਲਾਈ ਮਸ਼ੀਨ ਤੋਂ ਹੀ ਅਗਰ ਸਿਲਾਈ ਸਿੱਖਣੀ ਹੈ ਤਾਂ ਸਿਲਾਈ ਮਸ਼ੀਨ ਨਾਲ ਹੀ ਰਿਲੇਟਿਡ ਹੈ, ਅਤੇ ਸਾਨੂੰ ਸਿਲਾਈ ਮਸ਼ੀਨ ਨੂੰ ਹੀ ਸਾਫ਼ ਸੁਥਰਾ ਰੱਖਾਂਗੇ ਫਿਰ ਹੀ ਉਹ ਅੱਗੇ ਜਾ ਕੇ ਸਾਨੂੰ ਕੰਮ ਦੇਗਾ ਅਤੇ ਸਾਡਾ ਕੰਮ ਪੂਰਾ ਕਰ ਸਕੇਗਾ।
ਤੇ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਕਿ ਕਿਵੇਂ ਆਪਾਂ ਸੰਭਾਲ ਕਰਨੀ ਹੈ, ਕਿਵੇਂ ਸਿਲਾਈ ਮਸ਼ੀਨ ਨੂੰ ਰੱਖਣਾ ਹੈ, ਸੁੱਕੀ ਥਾਂ 'ਤੇ ਰੱਖਣਾ ਹੈ, ਉਸਦੇ ਥੱਲੇ ਕੱਪੜਾ ਦੇਣਾ, ਉਸਦੇ ਸਾਰੇ ਪੁਰਜੇ ਸਟੈਪ ਬਾਈ ਸਟੈਪ ਸਾਫ਼ ਕਰਨੇ ਹੈ, ਉਸਨੂੰ ਕਿੰਨੇ ਦਿਨਾਂ ਦੇ ਵਿੱਚ ਸਾਫ਼ ਕਰਨਾ ਹੈ, ਕਿੰਨੇ ਦਿਨ ਬਾਅਦ ਉਸਨੂੰ ਸਿਲਾਈ ਮਸ਼ੀਨ ਨੂੰ ਦੁਬਾਰਾ ਆਪਾਂ ਮੂਵ ਕਰਕੇ ਠੀਕ ਕਰਨਾ ਹੈ ਨਾ। ਅਤੇ ਅਗਰ ਕੋਈ ਪੁਆਇੰਟ ਰਹਿ ਵੀ ਗਿਆ ਤਾਂ ਮੈਂ ਫਿਰ ਦੁਬਾਰਾ ਤੁਹਾਡੇ ਨਾਲ ਇਹ ਗੱਲਾਂ ਸਾਰੀਆਂ ਡਿਸਕਸ ਕਰਾਂਗੀ। ਅਗਰ ਸਾਨੂੰ ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਸਭ ਤੋਂ ਪਹਿਲਾਂ ਸਿਲਾਈ ਮਸ਼ੀਨ ਨੂੰ ਖੋਲ੍ਹ ਕੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਵੀ ਕਿਸ ਤਰ੍ਹਾਂ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ, ਕਿਸ ਤਰ੍ਹਾਂ ਖੋਲ੍ਹਣੀ ਔਰ ਕਿਸ ਤਰ੍ਹਾਂ ਬੰਦ ਕਰਨੀ ਚਾਹੀਦੀ ਹੈ, ਤਾਂ ਕਿ ਉਹਨਾਂ ਨੂੰ ਅੱਗੇ ਇਨ ਫਿਊਚਰ ਕਾਰੀਗਰਾਂ ਦੀ ਜਾਂ ਕਿਸੇ ਹੋਰ ਦੀ ਜ਼ਰੂਰਤ ਨਾ ਪਏ। ਇਸ ਲਈ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਮੰਗਦੀ ਹਾਂ। ਥੈਂਕ ਯੂ ਜੀ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੈ ਤਾਂ ਬਹੁਤ ਬਹੁਤ ਥੈਂਕ ਯੂ। ਔਰ ਅੱਗੇ ਵੀ ਅਸੀਂ ਬਹੁਤ ਸਾਰੀਆਂ ਐਵੇਂ ਦੀਆਂ ਵੀਡੀਓ ਬਣਾਵਾਂਗੇ। ਔਰ ਥੈਂਕ ਯੂ ਵੈਰੀ ਮੱਚ।